ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਚਹੁੰ ਬੇਦਾਂ ਕੀ ਧਰਮ ਮਥ, ਖਟ ਸ਼ਾਸਤਰ ਕਥ ਰਿਖ ਸੁਣਾਵੈ। ਬ੍ਰਹਮਾਦਿਕ ਸਨਕਾਦਿਕਾ, ਜਿਉ ਤਿਹ ਕਹਾ ਤਿਵੈ ਜਗ ਗਾਵੈ। ਗਾਵਨ ਪੜਨ ਵਿਚਾਰ ਬਹੁ, ਕੋਟ ਮਦੀ ਵਿਰਲਾ ਗਤ ਪਾਵੈ। ਇਹ ਅਚਰਜ ਮਨ ਆਵਦੀ, ਪੜਤ ਗੁਣਤ ਕਛ ਭੇਦ ਨ ਪਾਵੈ। ਜੁਗ ਜੁਗ ਇੱਕੋ ਵਰਨ ਹੈ, ਕਲ ਯੁਗ ਕਿਉ ਬਹੁਤੇ ਦਿਖਲਾਵੈ। ਜੰਦਰੇ ਵਜੇ ਤਹਿ ਜੁਗੀ ਕਥ, ਪੜ ਰਹਿ ਭਰਮ ਨਹਿ ਜਾਵੈ। ਜਿਉ ਕਰ ਕਥਿਆ ਚਾਰ ਬੇਦ, ਖਟ ਸ਼ਾਸਤਰ ਸੰਗ ਸਾਖ ਸੁਣਾਵੈ। ਆਪੋ ਆਪਣੇ ਮਤ ਸਭ ਗਾਵੈ, ਆਪੋ ਆਪਣੇ ਮਤ ਸਭ ਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਅੰਦਰ ਜੁੜ ਚੁੱਕੀ ਗੁਰੂ ਰੂਪੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਰੋਜ਼ਾਨਾ ਦੀ ਤਰ੍ਹਾਂ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠ ਕੇ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀ ਹੋਈ ਪਹਿਲੀ ਵਾਰ ਇਹਨਾਂ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤਾਂ ਬਾਰੇ ਅਸੀਂ ਜਿਹੜੇ ਵਿਚਾਰ ਕਰ ਰਹੇ ਹਾਂ। ਵਡਭਾਗੇ ਹਾਂ, ਗੁਰੂ ਸਾਹਿਬ ਰਹਿਮਤ ਕਰਨ ਜਿਸ ਤਰ੍ਹਾਂ ਅਸੀਂ ਰੋਜ਼ਾਨਾ ਹੀ ਜੁੜ ਬੈਠ ਕੇ ਇਹ ਵਿਚਾਰਾਂ ਕਰਦੇ ਹਾਂ, ਇਸੇ ਤਰ੍ਹਾਂ ਹੀ ਸਾਨੂੰ ਸਮੱਤ ਬਖਸ਼ਣ। ਅਸੀਂ ਗੁਰੂ ਸਾਹਿਬ ਦੀ ਉਸਤਤ ਵਿੱਚ ਜੋ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ ਹੈ, ਉਹ ਵਿਚਾਰਾਂ ਕਰਦੇ ਰਹੀਏ। ਇਹੀ ਗੁਰੂ ਅੱਗੇ ਅਰਜ਼ੋਈ ਹੈ। ਸੋ ਅੱਜ ਦੀ ਜੋ ਕਲਾਸ ਦੇ ਵਿੱਚ ਅਸੀਂ ਵਿਚਾਰਨਾ ਹੈ, ਖਟ ਸ਼ਾਸਤਰ, ਭਾਵ 6 ਸ਼ਾਸਤਰ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਜੀ ਇਸ 8ਵੀਂ ਵਾਰ ਦੇ ਅੰਦਰ, 8ਵੀਂ ਪੌੜੀ ਦੇ ਅੰਦਰ, ਇਸ ਵਾਰ ਦੀ 8ਵੀਂ ਪੌੜੀ ਦੇ ਅੰਦਰ 6 ਸ਼ਾਸਤਰਾਂ ਦੀ ਗੱਲ ਕਰਦੇ ਹੋਏ ਸਮਝਾਉਣ ਦਾ ਯਤਨ ਕਰਦੇ ਨੇ ਕਿ ਇਹ ਭਾਈ, ਇਸ ਸੰਸਾਰ ਦੇ ਉੱਤੇ ਬੜੇ ਬੜੇ ਵੱਡੇ ਗ੍ਰੰਥ ਆਏ, ਜਿਨ੍ਹਾਂ ਗ੍ਰੰਥਾਂ ਤੇ ਉਹਨਾਂ ਦੇ ਮਤ ਮਤਾਂਤਰਾਂ ਵੱਲੋਂ ਬੜੇ ਉੱਚੇ ਰੌਲੇ ਪਏ, ਤੇ ਇਹ ਰੌਲੇ ਦੇ ਵਿੱਚ ਮਤਾਂ ਮਤਾਂਤਰਾਂ ਤੇ ਇਹਨਾਂ ਵੇਦਾਂ, ਸ਼ਾਸਤਰਾਂ, ਧਾਰਮਿਕ ਗ੍ਰੰਥਾਂ ਦੇ ਕਾਰਨ ਹੀ ਸੰਸਾਰ ਦੇ ਉੱਤੇ ਜਿਹੜੇ ਉਹ ਜੰਦਰੇ ਵੱਜੇ ਰਹੇ। ਪ੍ਰਮਾਤਮਾ ਦੇ ਨਾਮ ਦਾ ਭੇਦ ਕਿਸੇ ਨੇ ਜਾਣਿਆ ਨਹੀਂ। ਇਸ ਪ੍ਰਕਾਰ ਦੇ ਜਿਹੜੀ ਅਸੀਂ ਵਾਰ ਸ਼੍ਰਵਣ ਕੀਤੀ ਹੈ ਨਾ, ਆਪੋ ਆਪਣੇ ਮਤ ਸਭ ਗਾਵੈ। ਆਪੋ ਆਪਣੇ ਮਤਾਂ ਦੇ ਕਾਰਨ, ਆਪੋ ਆਪਣੇ ਜੋ ਵੀ ਧਾਰਮਿਕ ਗ੍ਰੰਥ ਸਨ, ਉਸ ਰੌਲੇ ਦੇ ਵਿੱਚ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਾਰੇ ਲੋਕ ਆਪਣੀ ਆਪਣੀ ਮਨੌਤ ਹੀ ਮਨਾਉਣ ਦਾ ਯਤਨ ਕਰ ਰਹੇ ਸਨ। ਇੰਨਾ ਖਲਾਰਾ ਸੀ। ਹੁਣ ਇਸ ਵਾਰ ਦੇ ਅੰਦਰ ਭਾਈ ਗੁਰਦਾਸ ਜੀ ਨੇ 6 ਸ਼ਾਸਤਰਾਂ ਦੀ ਗੱਲ ਕੀਤੀ ਹੈ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਦੇ ਹਾਂ ਨਾ, ਉਹ ਰੋਜ਼ਾਨਾ ਹੀ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਤੇ ਉਹਦੇ ਵਿੱਚ ਦੂਜਾ ਸ਼ਬਦ ਆਉਂਦਾ ਹੈ,
ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਇੱਥੇ ਜਿਹੜੇ ਛੇ ਸ਼ਾਬਦਿਕ ਅਰਥ ਆਇਆ ਨਾ, ਛੇ ਸ਼ਬਦ ਆਇਆ, ਇੱਥੇ ਭਾਵ ਹੈ ਛੇ ਸ਼ਾਸਤਰ, ਛੇ ਘਰ। ਸ਼ਾਸਤਰ ਕਿਹੜੇ ਨੇ? ਸਭ ਤੋਂ ਪਹਿਲਾਂ ਅਸੀਂ ਵਿਚਾਰ ਲਈਏ, ਕਿਉਂਕਿ ਸਾਡੇ ਮਨਾਂ ਵਿੱਚ ਇਹ ਖਿਆਲ ਹੋਏਗਾ ਸ਼ਾਸਤਰ ਕਿਹੜੇ ਛੇ ਨੇ। ਪਹਿਲਾ ਸ਼ਾਸਤਰ ਹੈ ਸਾਂਖ, ਫਿਰ ਨਿਆਏ, ਫਿਰ ਵੈਸ਼ੇਸ਼ਿਕ, ਫਿਰ ਅੱਗੇ ਆਉਂਦਾ ਹੈ ਚੌਥਾ ਯੋਗ, ਪੰਜਵਾਂ ਮੀਮਾਂਸਾ, ਤੇ ਜਿਹੜਾ ਛੇਵਾਂ ਹੈ ਵੇਦਾਂਤ। ਇਹ ਛੇ ਸ਼ਾਸਤਰ ਨੇ। ਹੁਣ ਇੱਥੇ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ ਕਿ ਚਹੁ ਵੇਦਾਂ ਕੇ ਧਰਮ ਮੱਥ ਖਟ ਸ਼ਾਸਤਰ ਕਥ ਰਿਖ ਸੁਣਾਵੇ। ਉਹਨਾਂ ਦੇ ਫਿਰ ਜਿਹੜੇ ਰਿਖੀ ਨੇ, ਜਿਹੜੇ ਉਹਨਾਂ ਦੇ ਇਹਨਾਂ ਨੂੰ ਬਣਾਉਣ ਵਾਲੇ ਨੇ, ਉਹਨਾਂ ਬਾਰੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਨਾ, ਉਹਦੇ ਵਿੱਚ ਵੀ ਛੇ ਘਰ ਛੇ ਗੁਰ। ਇਹਨਾਂ ਨੂੰ ਬਣਾਉਣ ਵਾਲੇ ਜਿਹੜੇ ਨੇ, ਰਚਣ ਵਾਲੇ ਨੇ, ਰਚੇਤਾ ਨੇ, ਜਿਹੜੇ ਇਹਨਾਂ ਦੇ ਕਰਤਾ ਨੇ, ਉਹਨਾਂ ਦੇ ਬਾਰੇ ਵੀ ਕਿਹਾ ਵੀ ਛੇ ਹੀ ਇਹਨਾਂ ਨੂੰ ਰਚਣ ਵਾਲੇ ਨੇ। ਉਹ ਕਿਹੜੇ ਨੇ? ਧਿਆਨ ਨਾਲ ਸੁਣਿਓ। ਪਹਿਲਾਂ ਆਪਾਂ ਛੇ ਸ਼ਾਸਤਰ ਜਿਹੜੇ ਸਰਵਣ ਕੀਤੇ ਕਿ ਛੇ ਸ਼ਾਸਤਰ ਕਿਹੜੇ ਨੇ। ਸਾਂਖ, ਨਿਆਏ, ਵਿਵੇਸ਼ਕ, ਯੋਗ, ਮੀਮਾਂਸਾ ਤੇ ਵੇਦਾਂਤ। ਇਹ ਛੇ ਸ਼ਾਸਤਰ ਨੇ ਤੇ ਇਹਨਾਂ ਨੂੰ ਬਣਾਉਣ ਵਾਲੇ, ਲਿਖਣ ਵਾਲੇ, ਇਹਨਾਂ ਦੇ ਜਿਹੜੇ ਰਚੇਤਾ ਨੇ ਉਹ ਹੀ ਛੇ ਨੇ। ਪਹਿਲਾ ਹੈਗਾ ਕਪਲ, ਦੂਜਾ ਗੌਤਮ, ਤੀਜਾ ਕਣਾਦ, ਚੌਥਾ ਪਤੰਜਲੀ, ਪੰਜਵਾਂ ਜੈਮਨੀ ਤੇ ਛੇਵਾਂ ਵਿਆਸ। ਇਹ ਛਿਆਂ ਜਾਣਿਆਂ ਨੇ ਛੇ ਸ਼ਾਸਤਰ ਜਿਹੜੇ ਰਚੇ ਨੇ। ਇਹਨਾਂ ਛਿਆਂ ਸ਼ਾਸਤਰਾਂ ਦੇ ਜਿਹੜੇ ਰਚੇਤਾ ਨੇ ਉਹ ਇਹ ਛੇ ਆਦਮੀ ਨੇ, ਜਿਨ੍ਹਾਂ ਨੇ ਇਹਨਾਂ ਗ੍ਰੰਥਾਂ ਨੂੰ ਰਚਿਆ। ਤੇ ਭਾਈ ਗੁਰਦਾਸ ਜੀ ਇਸ ਪੌੜੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਇਹ ਭਾਈ, ਇਸ ਧਰਤੀ ਦੇ ਉੱਤੇ ਜਿੱਥੇ ਚਾਰ ਵੇਦ ਸਨ, ਚੌਂ ਵੇਦਾਂ ਕੀ ਧਰਮ ਮੱਤ, ਲੋਕ ਇੱਥੇ ਮਿੱਥ ਬਣ ਚੁੱਕੀ ਸੀ ਕਿ ਚਾਰ ਵੇਦਾਂ ਦਾ ਪਾਠ ਕਰਨਾ, ਛੇ ਸ਼ਾਸਤਰਾਂ ਦੀ ਵਿਚਾਰ ਕਰਨੀ। ਤੇ ਵਿਚਾਰ ਕੌਣ ਕਰਦੇ ਸਨ? ਜਿਹੜੇ ਰਿਖੀ, ਜਿਹੜੇ ਇਹਨਾਂ ਦੇ ਗਿਆਤਾ ਸਨ, ਜਿਨ੍ਹਾਂ ਨੇ ਇਹਨਾਂ ਨੂੰ ਰਚਿਆ। ਅੱਗੇ ਫਿਰ ਰਿਖੀਆਂ ਨੇ ਇਹਨਾਂ ਨੂੰ ਸੁਣਾਇਆ ਵੀ, ਪ੍ਰਚਾਰਿਆ ਵੀ। ਜਿੱਦਾਂ ਹਰ ਕੋਈ ਆਪਣੇ ਧਰਮ ਗ੍ਰੰਥ ਦੇ ਪ੍ਰਚਾਰ ਕਰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਚੌਂ ਵੇਦਾਂ ਕੇ ਧਰਮ ਮੱਥ ਖਟ ਸ਼ਾਸਤਰ ਕਥ। ਕਥ ਕੇ ਬੋਲ ਕੇ ਭਾਵ ਰਿਖ ਸੁਣਾਵੇ, ਸੁਣਾਉਂਦੇ ਹਨ ਵਿਚਾਰ ਕਰ ਕਰਕੇ। ਇਹਨਾਂ ਚੌਂ ਵੇਦਾਂ ਦੀ ਤੇ ਛੇ ਸ਼ਾਸਤਰਾਂ ਦੀ ਜਿਹੜੀ ਵਿਚਾਰ ਰਿਖੀ ਸੁਣਾਉਂਦੇ ਹਨ। ਤੇ ਬ੍ਰਹਮਾਦਿਕ ਸਨਕਾਦਿਕਾ ਜਿਉ ਤੇ ਕਹਾ ਤਿਵੈ ਜਗ ਗਾਵੇ। ਇੱਥੇ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਾਂ ਕਿ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਦੀ ਇਹ ਵਿਚਾਰ ਚੱਲ ਰਹੀ ਹੈ। ਆਪਾਂ ਚਾਰ ਜਿਹੜੇ ਨੇ ਉਹ ਚੌਂ ਵਰਨਾਂ ਦੀ ਗੱਲ ਕੀਤੀ ਹੈ, ਜਗਤ ਦੇ ਕਾਰਨ ਦੀ ਗੱਲ ਕੀਤੀ ਹੈ। ਜਿਹੜੇ ਚਾਰ ਯੁੱਗ ਨੇ, ਕਲਯੁੱਗ, ਤ੍ਰੇਤਾ, ਸਤਯੁੱਗ ਤੇ ਦੁਆਪਰ ਤੇ ਸਤਯੁੱਗ, ਇਹ ਚੌਂ ਯੁੱਗਾਂ ਦੀ ਅਸੀਂ ਜਿੱਥੇ ਗੱਲ ਕੀਤੀ ਆ, ਉੱਥੇ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਦੇ ਇਹ ਹਾਲਾਤ ਦੱਸਦੇ ਪਏ ਨੇ ਕਿ ਧਰਤੀ ਦੇ ਉੱਤੇ ਜਿਹੜੇ ਨੇ ਧਰਮ ਗ੍ਰੰਥ ਬੜੇ ਸਨ, ਚਾਰ ਵੇਦ ਵੀ ਸਨ, ਛੇ ਸ਼ਾਸਤਰ ਵੀ ਸਨ, ਇਹਨਾਂ ਨੂੰ ਸੁਣਾਉਣ ਵਾਲੇ ਰਿਖੀ ਵੀ ਬਹੁਤ ਸਨ, ਜਿਨ੍ਹਾਂ ਨੇ ਇਹਨਾਂ ਦੀ ਵਿਚਾਰ ਕਰ ਕਰਕੇ ਲੋਕਾਂ ਨੂੰ ਸੁਣਾਈ। ਤੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਬ੍ਰਹਮਾਦਿਕ ਸਨਕਾਦਿਕਾ ਜਿਉ ਤੇ ਕਹਾ ਤਿਵੈ ਜਗ ਗਾਵੈ। ਭਾਈ ਗੁਰਦਾਸ ਜੀ ਕਹਿੰਦੇ ਨੇ ਬ੍ਰਹਮਾਦਿਕ ਜਿਹੜੇ ਦੇਵਤੇ ਨੇ, ਸਨਕ ਨੇ, ਸਨੰਦਨ ਨੇ, ਸਨਾਤਨ ਨੇ, ਸਨਤ ਕੁਮਾਰ ਜਿਹੜੇ ਨੇ ਬ੍ਰਹਮਾ ਦੇ ਪੁੱਤਰ, ਇਹਨਾਂ ਨੂੰ ਬ੍ਰਹਮਾ ਦੇ ਪੁੱਤਰ ਕਹਿ ਦਿੱਤਾ। ਉਸੇ ਭਾਂਤੀ ਉਸੇ ਤਰ੍ਹਾਂ ਹੀ ਬ੍ਰਹਮਾਦਿਕ ਸਨਕਾਦਿਕਾ ਜਿਉਂ ਤੇ ਕਹਾ, ਜਿਸ ਤਰ੍ਹਾਂ ਇਹਨਾਂ ਨੇ ਕਹਿ ਦਿੱਤਾ ਨਾ, ਤਿਵੈ ਜਗ ਗਾਵੇ, ਉਸੇ ਤਰ੍ਹਾਂ ਜਗਤ ਜਿਹੜਾ ਗਾਉਂਦਾ ਪਿਆ। ਫਿਰ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੋਂ ਪਹਿਲਾਂ ਦੀ ਗੱਲ ਹੈ ਵੀ ਜਿਹੜੇ ਲੋਕ ਨੇ ਜਿਸ ਤਰ੍ਹਾਂ ਉਹਨਾਂ ਨੂੰ ਰਿਖੀ ਸੁਣਾਉਂਦੇ ਨੇ, ਉਸੇ ਤਰ੍ਹਾਂ ਹੀ ਫਿਰ ਉਹ ਜਿਹੜੀਆਂ ਸਾਖੀਆਂ ਨੇ ਉਹ ਸਰਵਣ ਕਰ ਰਹੇ ਨੇ।
ਗਾਵਨ ਪੜਨ ਵਿਚਾਰ ਬਹੁ, ਕੋਟ ਮਦੇ ਵਿਰਲਾ ਗਤ ਪਾਵੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹ ਲੋਕ ਗਾਉਂਦੇ ਨੇ, ਪੜ੍ਹਦੇ ਨੇ, ਵਿਚਾਰਦੇ ਨੇ। ਇਹ ਨਹੀਂ ਕਿ ਥੋੜਾ ਵਿਚਾਰਦੇ ਨੇ, ਬਹੁਤ ਜ਼ਿਆਦਾ ਵਿਚਾਰਦੇ ਨੇ। ਪਰੰਤੂ ਇਸ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਮਨੁੱਖ ਹੈ ਜਿਹੜੇ ਇਹਨਾਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਤੇ ਅੱਗੇ ਉਹਦੇ ਤੱਕ ਪਹੁੰਚਦਾ ਹੈ, ਉਹਨੂੰ ਪਾ ਲੈਂਦਾ ਹੈ, ਪ੍ਰਮਾਤਮਾ ਨੂੰ ਪਾ ਲੈਂਦਾ ਹੈ। ਗਾਵਨ ਪੜਨ ਵਿਚਾਰ ਬਹੁ, ਕੋਟ ਮਦੇ ਵਿਰਲਾ ਗਤ ਪਾਵੇ। ਕੋਈ ਵਿਰਲੇ ਨੂੰ ਇਹ ਗਤੀ ਪ੍ਰਾਪਤ ਹੁੰਦੀ ਹੈ, ਕੋਈ ਵਿਰਲਾ ਹੀ ਇਹਨਾਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਤੇ ਉਸ ਪਰਮ ਪਦਵੀ ਨੂੰ ਪਾਉਂਦਾ ਹੈ। ਇਹ ਅਚਰਜ ਮਨ ਆਵਦੀ, ਪੜਤ ਗੁਣਤ ਕਛ ਭੇਦ ਨਾ ਬਾਵੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮਨ ਵਿੱਚ ਇਹ ਬੜੀ ਅਚਰਜ ਗੱਲ ਆਉਂਦੀ ਹੈ ਕਿ ਧਰਮ ਗ੍ਰੰਥ ਪੜ੍ਹੇ ਵੀ ਜਾਂਦੇ ਨੇ, ਵਿਚਾਰੇ ਵੀ ਜਾਂਦੇ ਨੇ, ਪਰ ਉਹਦਾ ਕੋਈ ਭੇਦ ਨਹੀਂ ਖੁੱਲਿਆ। ਪਰਮਾਤਮਾ ਦਾ ਕੋਈ ਭੇਦ ਨਹੀਂ ਲੱਗ ਸਕਿਆ, ਉਹਦਾ ਕੋਈ ਭੇਦ ਨਹੀਂ ਜਾਣ ਸਕਿਆ। ਭਾਈ ਗੁਰਦਾਸ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਜੁਗ ਜੁਗ ਏਕੋ ਵਰਨ ਹੈ, ਕਲ ਜੁਗ ਕਿਉਂ ਬਹੁਤੇ ਦਿਖਲਾਵੇ। ਹੁਣ ਇਹਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੁਗ ਜੁਗ, ਜੁਗਾਂ ਜੁਗਾਂ ਦੇ ਵਿੱਚ, ਚੌਂ ਜੁਗਾਂ ਦੇ ਵਿੱਚ ਈਸ਼ਵਰ ਤੇ ਇੱਕੋ ਹੀ ਰੂਪ ਹੈ। ਪਰ ਲੋਕ ਕਲਯੁਗ ਦੇ ਵਿੱਚ ਕਿਉਂ ਬਾਹਲੇ ਦੱਸਦੇ ਨੇ, ਕਿਉਂ ਬਹੁਤੇ ਦੱਸਦੇ ਨੇ? ਕਿਉਂਕਿ 33 ਕਰੋੜ ਦੇਵੀ ਦੇਵਤਿਆਂ ਦਾ ਜਨਮ ਜਿਹੜਾ ਸੰਸਾਰ ਦੇ ਉੱਤੇ ਹੋ ਜਾਂਦਾ, 33 ਕਰੋੜ। ਵਾਹਿਗੁਰੂ। 33 ਕਰੋੜ ਜਿਹੜੇ ਨੇ ਉਹ ਦੇਵੀ ਦੇਵਤੇ ਇਸ ਧਰਤੀ ਦੇ ਉੱਤੇ ਜਿਹੜੇ ਨੇ ਉਹ ਮੰਨੇ ਜਾਂਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਪਰ ਲੋਕ ਇੱਥੇ ਅਨੇਕਾਂ ਪ੍ਰਕਾਰ ਦੇ ਜਿਹੜੇ ਨੇ, ਜੁਗ ਜੁਗ ਏਕੋ ਵਰਨ ਹੈ, ਕਲਯੁਗ ਕਿਉਂ ਬਹੁਤੇ ਦਿਖਲਾਵੇ। ਕਲਯੁਗ ਦੇ ਵਿੱਚ ਕਿਉਂ ਪਰਮਾਤਮਾ ਦੇ ਰੂਪ ਜਿਹੜੇ ਬਹੁਤੇ ਦਿਖਲਾ ਦਿੱਤੇ? ਹੈ ਤੇ ਉਹ ਇੱਕ ਹੀ, ਜੁਗ ਜੁਗ ਇੱਕੋ ਵਰਨ ਹੈ, ਉਹ ਤੇ ਹੈ ਇੱਕੋ ਹੀ ਹੈ। ਜੰਦਰੇ ਵੱਜੇ ਤ੍ਰੈ ਜੁਗੀ, ਕਥ ਪੜ ਰਹਿ ਪਰਮ ਨ ਜਾਵੇ। ਭਾਈ ਗੁਰਦਾਸ ਜੀ ਹੁਣ ਕਹਿੰਦੇ ਨੇ ਕਿ ਇੱਥੇ ਤਿੰਨਾਂ ਯੁਗਾਂ ਦੇ ਵਿੱਚ ਜੰਦਰੇ ਵੱਜੇ ਰਹੇ, ਵਿਖਿਆਨ ਕਰਕੇ ਪੜ੍ਹ ਕੇ ਲੋਕ ਜਿਹੜੇ ਨੇ ਉਹ ਥੱਕ ਗਏ ਨੇ, ਪਰ ਇਹਨਾਂ ਦੇ ਭਰਮ ਨਹੀਂ ਗਿਆ। ਇਹਨਾਂ ਦੇ ਜਿਹੜੇ ਮਨ ਨੂੰ ਅਜੇ ਵੀ ਜਿੰਦਰਾ ਵੱਜਾ ਪਿਆ ਹੈ। ਜੰਦਰੇ ਵੱਜੇ ਤ੍ਰੈ ਜੁਗੀ, ਤ੍ਰੈ ਯੁੱਗ ਜਿਹੜੇ ਨੇ ਪਿਛਲੇ, ਸਤਯੁਗ, ਤ੍ਰੇਤਾ ਤੇ ਦੁਆਪਰ, ਇਹ ਤਿੰਨਾਂ ਯੁੱਗਾਂ ਦੇ ਵਿੱਚ ਜਿਹੜਾ ਵਾ, ਕਿਉਂਕਿ ਕਲਯੁਗ ਹੁਣ ਬਹੁਤ ਜ਼ਿਆਦਾ ਜਿਹੜੇ ਉਹ ਪ੍ਰਮਾਤਮਾ ਦੇ ਰੂਪ ਜਿਹੜੇ ਨੇ ਉਹ ਦੱਸ ਦਿੱਤੇ, 33 ਕਰੋੜ ਦੇਵੀ ਦੇਵਤੇ ਬਣਾ ਦਿੱਤੇ। ਫਿਰ ਉਹਨਾਂ ਦੇ ਉੱਤੇ ਸਿਰਮੌਰ ਜਿਹੜੇ ਨੇ ਉਹ 3 ਦੇਵਤੇ ਰੱਖ ਦਿੱਤੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਹੁਣ 33 ਕਰੋੜ ਦੇਵਤਾ ਕੌਣ ਮੰਨੇ? ਕਿੰਨਿਆਂ ਨੂੰ ਕੋਈ ਮੱਥਾ ਟੇਕੇ? ਤੇ ਉਹਨਾਂ ਦੇ ਸਿਰ ਉੱਤੇ ਜਿਹੜੇ ਨੇ ਫਿਰ ਉਹ 3 ਜਿਹੜੇ ਨੇ ਉਹ ਮੁੱਖ ਰੱਖ ਦਿੱਤੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਇੱਕ ਪੈਦਾ ਕਰਨ ਵਾਲਾ, ਇੱਕ ਰਿਜ਼ਕ ਦੇਣ ਵਾਲਾ ਤੇ ਇੱਕ ਮੌਤ ਦੇਣ ਵਾਲਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਹੇ ਭਾਈ, ਇੰਨੇ ਦੇਵਤੇ ਹੋਣ ਦੇ ਬਾਵਜੂਦ ਵੀ ਜਿਹੜੇ ਨੇ ਇਸ ਧਰਤੀ ਦੇ ਉੱਤੇ 3 ਯੁੱਗ ਬਤੀਤ ਹੋ ਗਏ, ਤਿੰਨਾਂ ਯੁੱਗਾਂ ਦੇ ਵਿੱਚ ਇਹਨਾਂ ਮਨੁੱਖਾਂ ਦੇ ਜੰਦਰੇ ਨਹੀਂ ਖੁੱਲੇ, ਜਿਹੜੇ ਦਿਮਾਗ ਦੇ ਵਿੱਚ, ਮਨ ਦੇ ਵਿੱਚ ਵੱਜੇ ਹੋਏ ਸਨ। ਇਹ ਭਰਮ ਦੇ ਕਾਰਨ ਜਿਹੜੇ ਨੇ ਦੌੜੇ ਫਿਰਦੇ ਤੇ ਰਹੇ, ਪਰ ਇਹ ਥੱਕ ਗਏ, ਇਹਨਾਂ ਦਾ ਭਰਮ ਨਹੀਂ ਟੁੱਟਿਆ। ਭਾਈ ਗੁਰਦਾਸ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਜਿਉ ਕਰ ਕਥਿਆ ਚਾਰ ਵੇਦ, ਖਟ ਸ਼ਾਸਤਰ ਸੰਖ ਸਾਖ ਸੁਣਾਵੇ। ਜਿਸ ਤਰ੍ਹਾਂ 4 ਵੇਦਾਂ ਵਿੱਚ ਵਰਣਨ ਕੀਤਾ ਹੈ, 6 ਸ਼ਾਸਤਰਾਂ ਦੇ ਨਾਲ ਸੁਣਾਉਣ ਵਾਲੇ ਉਸ ਪ੍ਰਮਾਤਮਾ ਦੇ ਨਾਮ ਨੂੰ ਸੁਣਾਉਂਦੇ ਹਨ। ਜਿਉਂ ਕਰ ਕਥਿਆ ਚਾਰ ਵੇਦ, ਜਿਸ ਤਰ੍ਹਾਂ 4 ਵੇਦਾਂ ਦੇ ਵਿੱਚ ਲਿਖਿਆ ਗਿਆ ਨਾ, ਵਰਣਨ ਕੀਤਾ ਗਿਆ। ਖਟ ਸ਼ਾਸਤਰ ਸੰਗ ਸਾਖ ਸੁਣਾਵੇ। ਫਿਰ 6 ਸ਼ਾਸਤਰਾਂ ਦੇ ਵਿੱਚ ਵੀ ਜਿਹੜੀ ਆ ਉਹ 4 ਵੇਦਾਂ ਦੀ ਉਦਾਹਰਨਾਂ ਲੈ ਕੇ ਜਿਹੜਾ ਵਾ ਉਹ ਅੱਗੇ ਪਰਮਾਤਮਾ ਦੇ ਨਾਮ ਨੂੰ ਜਿਹੜਾ ਵਾ ਉਹ ਸੁਣਾਇਆ ਜਾ ਰਿਹਾ, ਅਜੇ ਵੀ ਸੁਣਾਇਆ ਜਾ ਰਿਹਾ ਹੈ। ਤੇ ਭਾਈ ਗੁਰਦਾਸ ਜੀ ਅਖੀਰ ਵਿੱਚ ਕਹਿੰਦੇ ਨੇ, ਆਪੋ ਆਪਣੇ ਮਤ ਸਭ ਗਾਵੇ। ਹੁਣ ਇਸ ਧਰਤੀ ਦੇ ਉੱਤੇ ਹਰ ਕੋਈ ਆਪੋ ਆਪਣੇ ਮਤ ਦਾ ਪ੍ਰਚਾਰ ਕਰ ਰਿਹਾ। 4 ਵੇਦਾਂ ਵਾਲਾ ਕਹਿੰਦਾ ਪਰਮਾਤਮਾ ਦਾ ਨਾਮ ਇਸ ਵਿੱਚ ਸਭ ਤੋਂ ਸ੍ਰੇਸ਼ਟ ਹੈ, ਪਰਮਾਤਮਾ ਦਾ ਨਾਮ ਜਿਹੜਾ ਸਭ ਤੋਂ ਉੱਤਮ ਹੈ। ਤੇ 6 ਸ਼ਾਸਤਰਾਂ ਵਾਲਾ ਕਹਿੰਦਾ ਕਿ 6 ਸ਼ਾਸਤਰਾਂ ਦੇ ਵਿੱਚ ਹੀ ਸਭ ਕੁਝ ਹੈ। ਭਾਈ ਗੁਰਦਾਸ ਜੀ ਕਹਿੰਦੇ ਹਰ ਕੋਈ ਆਪੋ ਆਪਣਾ ਜਿਹੜਾ ਮਤ ਵਾ ਉਹ ਪੇਸ਼ ਕਰ ਰਿਹਾ, ਹਰ ਕੋਈ ਆਪੋ ਆਪਣਾ ਜਿਹੜਾ ਮਤ ਹੈ
इस धरती के उत्ते प्रचारिया। ये इस वार के अंदर भाई गुरदास जी ने इस पौड़ी के अंदर जिक्र किया है। हुण अगे असीं जिहड़ा वा वो विचार करांगे जिहड़ी पौड़ी है। मैं आप जी की स्क्रीन उत्ते जिहड़ा वा वो शेयर कर दिना। न्याय अगली पौड़ी नाल ही जिहड़ी है, क्योंकि असीं इस करके जल्दी विचार रहे हैं कि गुरु नानक साहब जी के आगमन पुरब तो पहला ये कुछ हो रहा सी, ते जदों गुरु नानक साहब सच्चे पातशाह जी का अगे जीवन की गाथा आएगी, फिर उन्होंने असीं एक एक दो दो पौड़ियां जिहड़ियां ज़्यादा नहीं विचारांगे। उन्होंने गुरु नानक साहब सच्चे पातशाह जी के प्रकाश पुरब तक असीं जिहड़ा वा उहदी संपूर्णता करांगे। सो भाई गुरदास जी हुण इस पौड़ी के अंदर बख्शिश करते हैं कि पहला असीं मूल पाठ करिए। गौतम तपे विचार कै ऋग्वेद की कथा सुनाई, न्याय शास्त्र को मथ कर सब विद करते हथ जनाई। सब किश करते वस है और बात विच चले न काई, दुही श्री करतार है आप न्यारा कर दिखलाई। करता किनै न देखिया कुदरत अंदर भरम भुलाई, सोहं ब्रह्म पुछाय कै सोहंग ब्रह्म छपाए कै, पढ़दा परम करतार सुनाई। ऋग कहे सुन गुरमुखो आपे आप न दूजी राई, सतगुर बिना न सोजी पाई, सतगुर बिना न सोजी पाई। हुण इत्थे जिहड़ा वा भाई गुरदास जी ने इस पौड़ी दे विच जिहड़ा वा वो वेदां की गल कीती है, न्याय शास्त्र की गल कीती है। वो हौली हौली जिहड़ा वा इस धरती के उत्ते मन्निया प्रमन्निया न्याय शास्त्र जिहड़ा है वो इस तरह का मत ख्याल प्रगट करता है जिस दे बाबत भाई गुरदास जी जिक्र करते हैं कि गौतम तपे विचारक ऋग्वेद की कथा सुनाई। भाई गुरदास जी कहते कि गौतम नामे तपे ने ये लिखी होया, इन्हें एक ऋग्वेद नूं विचारिया, फिर इसकी जिहड़ी कथा है वो ਉਹਦਾ ਜਿਹੜਾ ਸਾਰ ਸੀ ਉਹ ਲੋਕਾਂ ਨੂੰ ਸੁਣਾਇਆ। न्याय शास्त्र को मथ कर सब विद करते हथ जनाई। ਹੁਣ ਇੱਥੇ ਜਿਹੜੀ ਆਪਾਂ ਵਿਚਾਰ ਕੀਤੀ ਹੈ ਨਾ ਪਹਿਲੀ ਪੌੜੀ ਦੇ ਵਿੱਚ, ਛੇ ਸ਼ਾਸਤਰ ਨੇ। ਉਹਨਾਂ ਸ਼ਾਸਤਰਾਂ ਦੇ ਵਿੱਚੋਂ ਮੈਂ ਆਪ ਜੀ ਦੇ ਸਾਹਮਣੇ ਜਿਹੜਾ ਵਾ ਉਹ ਸ਼ਾਸਤਰ ਰੱਖੇ ਸਨ। ਭਾਈ ਗੁਰਦਾਸ ਜੀ ਨੇ ਉਹਨਾਂ 6 ਸ਼ਾਸਤਰਾਂ ਦੇ ਵਿੱਚੋਂ ਪਹਿਲਾ ਜਿਹੜਾ ਸ਼ਾਸਤਰ ਹੈ ਨਿਆਏ, ਜਿਹੜਾ ਵਾ ਅਸੀਂ 6 ਸ਼ਾਸਤਰਾਂ ਦੀ ਗੱਲ ਕੀਤੀ ਸੀ, ਸਾਂਖ ਨਿਆਏ ਵਿਸ਼ੇਸ਼ਕ ਯੋਗ ਮੀਮਾਂਸਾ ਤੇ ਵਿਦਾਂਤ। ਉਹਨਾਂ ਵਿੱਚੋਂ ਪਹਿਲੀ ਇਹ 9ਵੀਂ ਪੌੜੀ ਦੇ ਅੰਦਰ ਨਿਆਇ ਸ਼ਾਸਤਰ ਦੀ ਗੱਲ ਕੀਤੀ। ਇਸੇ ਤਰ੍ਹਾਂ ਅੱਗੇ 10ਵੀਂ 11ਵੀਂ 12ਵੀਂ 13ਵੀਂ ਤੇ 14ਵੀਂ ਪੌੜੀ ਦੇ ਵਿੱਚ ਜਿਹੜਾ ਵਾ ਇਹਨਾਂ 6 ਸ਼ਾਸਤਰਾਂ ਦੀ ਗੱਲ ਆਵੇਗੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਇਹਨੂੰ ਰਚੇਤਾ ਹੈ ਨਾ ਇਹਦਾ, ਗੌਤਮ ਨਿਆਇ ਸ਼ਾਸਤਰ ਦਾ, ਉਹਨੇ ਸਭ ਤੋਂ ਪਹਿਲਾਂ ਵੇਦ ਨੂੰ ਜਿਹੜਾ ਵਾ ਵਿਚਾਰਿਆ ਹੈ ਤੇ ਵਿਚਾਰ ਕੇ ਫਿਰ ਉਹਦੀ ਕਥਾ ਜਿਹੜੀ ਆ ਉਹ ਕੀਤੀ, ਉਹਦੀ ਕਥਾ ਜਿਹੜੀ ਆ ਉਹ ਸੁਣਾਈ। ਤੇ ਫਿਰ ਅੱਗੇ ਕਹਿੰਦੇ ਨੇ ਭਾਈ ਗੁਰਦਾਸ ਜੀ ਨਿਆਇ ਸ਼ਾਸਤਰ ਨੂੰ, ਕਿਉਂਕਿ ਨਿਆਇ ਸ਼ਾਸਤਰ ਕੋ ਮੱਥ ਕਰ, ਚੰਗੀ ਤਰ੍ਹਾਂ ਉਹਨੂੰ ਜਿਹੜਾ ਵਾ ਉਹਦੇ ਵਿੱਚੋਂ ਰਿਗਵੇਦ ਦੇ ਵਿੱਚੋਂ ਜਿਹੜੀ ਕਥਾ ਸੁਣੀ ਸੀ ਉਹਦੀ ਵਿਚਾਰ ਕਰਕੇ ਉਹਦੇ ਘੋਖ ਕੇ ਤੇ ਫਿਰ ਇਹ ਜਿਹੜੀ ਹੈ ਇਸ ਗ੍ਰੰਥ ਨੂੰ ਰਚਿਆ। ਨਿਆਇ ਸ਼ਾਸਤਰ ਕੋ ਮੱਥ ਕਰ ਸਭ ਵਿਦ ਕਰਤੇ ਹੱਥ ਜਣਾਈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੋ ਈਸ਼ਵਰ ਦੇ ਅਧੀਨ ਹੈ, ਜੋ ਪਰਮਾਤਮਾ ਦੇ ਅਧੀਨ ਹੈ, ਉਹਦੀ ਸਾਰੀ ਵਾਰਤਾ ਇਸ ਨਿਆਇ ਸ਼ਾਸਤਰ ਦੇ ਵਿੱਚ ਦੱਸੀ। ਤੇ ਫਿਰ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ
ਸਭ ਕਛ ਕਰਤੇ ਵਸ ਹੈ, ਹੋਰ ਬਾਤ ਵਿੱਚ ਚਲੇ ਨਾ ਕਾਈ। ਉਹ ਕਹਿੰਦੇ ਕਿ ਇਸ ਸੰਸਾਰ ਦੇ ਉੱਤੇ ਜਿਹੜੀ ਹੈ ਸਭ ਗੱਲਾਂ ਜਿਹੜੀ ਆ ਭਾਵ ਉਤਪਤੀ ਪਲਾਨ ਦੀਆਂ ਜੋ ਵੀ ਪ੍ਰਮਾਤਮਾ ਕਰਦੇ ਉਹ ਸਭ ਕੁਝ ਉਹਦੇ ਕਾਬੂ ਵਿੱਚ ਹੀ ਹੈ। ਹੋਰ ਗੱਲ ਵਿੱਚ ਕੋਈ ਨਹੀਂ ਚੱਲਦੀ ਤੇ ਨਾ ਹੀ ਇਸ ਧਰਤੀ ਦੇ ਉੱਤੇ ਕੋਈ ਜਿਹੜਾ ਵਾ ਉਹਦੇ ਨਾਲ ਕੋਈ ਜਿਹੜਾ ਵਾ ਉਹ ਜ਼ੋਰ ਕਰ ਸਕਦਾ, ਉਹਦੀ ਆਪਣੀ ਹੀ ਚੱਲਦੀ ਹੈ। ਇਹ ਭਾਈ ਗੁਰਦਾਸ ਜੀ ਕਹਿ ਰਹੇ ਨੇ। ਦੋਹੀ ਸ੍ਰੀ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਾਪ ਤੇ ਪੁੰਨ ਇਸ ਧਰਤੀ ਦੇ ਉੱਤੇ ਕਰਤਾਰ ਜਿਹੜਾ ਹੈ ਉਹ ਆਪ ਅਲੱਗ ਰਹਿ ਕੇ ਦਿਖਾਉਂਦਾ ਹੈ। ਦੋਹੀ ਸ੍ਰੀ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ। ਸ੍ਰਿਸ਼ਟੀ ਦੇ ਵਿੱਚ ਵੀ ਇਸ ਧਰਤੀ ਦੇ ਉੱਤੇ ਵੀ ਹਰ ਥਾਂ ਉਹ ਆਪ ਪ੍ਰਮਾਤਮਾ ਮੌਜੂਦ ਹੈ। ਤੇ ਇਹ ਭਾਈ ਇਸ ਸੰਸਾਰ ਦੇ ਵਿੱਚ ਉਹ ਪਾਪ ਤੇ ਪੁੰਨ ਤੋਂ ਆਪ ਕਰਤਾਲ ਅਲੱਗ ਰਹਿੰਦਾ ਹੈ, ਆਪ ਨਿਆਰਾ ਰਹਿੰਦਾ ਹੈ। ਕਰਤਾ ਕਿਨੇ ਨਾ ਦੇਖਿਆ, ਕੁਦਰਤ ਅੰਦਰ ਭਰਮ ਭੁਲਾਈ। ਇਹ ਭਾਈ ਹੁਣ ਸਾਡੇ ਕਈ ਇੱਥੇ ਵਿਦਵਾਨ ਜਿਹੜੇ ਆ ਉਹ ਕੁਦਰਤ ਨੂੰ ਹੀ ਕਰਤਾ ਕਹੀ ਜਾਂਦੇ ਨੇ, ਕੁਦਰਤ ਨੂੰ ਹੀ ਰੱਬ ਮੰਨੀ ਜਾਂਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਰਤਾ ਕਿਨੇ ਨਾ ਦੇਖਿਆ, ਰੱਬ ਨੂੰ ਕਿਸੇ ਨੇ ਨਹੀਂ ਵੇਖਿਆ। ਭਾਈ ਵੇਖਿਆ ਕਿਸੇ ਨੇ? ਗੁਰੂ ਸਾਹਿਬ ਨੇ ਵੀ ਉਹਦੇ ਅਨੇਕਾਂ ਜਿਹੜੇ ਰੂਪ ਨੇ ਉਹ ਪ੍ਰਗਟ ਕੀਤੇ ਨੇ, ਇਹ ਅਨੇਕਾਂ ਨਾਵਾਂ ਦੇ ਨਾਲ ਜਾਣਿਆ। ਪਰ ਅਖੀਰ ਵਿੱਚ ਇਹੀ ਗੱਲ ਕਹੀ ਕਿ ਰੂਪ ਨਾ ਰੰਗ ਨਾ ਉਹਦਾ ਕੋਈ ਰੂਪ ਹੈ, ਨਾ ਕੋਈ ਉਹਦਾ ਰੰਗ ਹੈ, ਨਾ ਕੋਈ ਉਹਦੀ ਜਾਤ ਹੈ, ਨਾ ਕੋਈ ਉਹਦੀ ਪਾਤ ਹੈ। ਪਰਮਾਤਮਾ ਆਪੇ ਆਪ ਵਿੱਚ ਸੰਪੂਰਨ ਹੈ, ਉਹਦਾ ਕਿਸੇ ਨੇ ਦਰਸ਼ਨ ਨਹੀਂ ਕੀਤਾ। ਜੇ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਕਰਤਾ ਕਿਨੇ ਨਾ ਦੇਖਿਆ, ਇਸ ਧਰਤੀ ਦੇ ਉੱਤੇ ਕਰਤੇ ਨੂੰ ਕਿਸੇ ਨੇ ਨਹੀਂ ਵੇਖਿਆ। ਕੁਦਰਤ ਅੰਦਰ ਭਰਮ ਭੁਲਾਈ। ਜਿਸ ਕੁਦਰਤ ਦੇ ਵਿੱਚ ਜਾਣਨਾ ਸੀ ਮਨੁੱਖ, ਉਸ ਕੁਦਰਤ ਦੇ ਵਿੱਚ ਉਹਦੀ ਭਰਮ ਤੇ ਭੁਲੇਖੇ ਵਿੱਚ ਪੈ ਗਿਆ। ਕਈ ਪੱਥਰਾਂ ਨੂੰ ਪੂਜੀ ਜਾਂਦੇ ਆ, ਕਈ ਖੜੇ ਹੋਏ ਦਰਖਤਾਂ ਨੂੰ ਹੀ ਮੱਥਾ ਟੇਕੀ ਜਾਂਦੇ ਆ, ਉਹਨੂੰ ਹੀ ਮੌਲੀਆਂ ਬੰਧੀ ਜਾਂਦੇ ਆ। ਕਈ ਪ੍ਰਕਾਰ ਦੇ ਜਿਹੜੇ ਪਖੰਡ ਦੇ, ਕੋਈ ਕੜਾਹ ਬਣਾ ਕੇ ਕਿਸੇ ਦਰਖਤ ਦੇ ਅੱਗੇ ਸੁੱਟ ਰਿਹਾ, ਕਿਸੇ ਪਸ਼ੂ ਨੂੰ ਪਾ ਰਿਹਾ। ਇਹ ਕੁਦਰਤ ਅੰਦਰ ਭਰਮ ਭੁਲਾਈ ਹੈ। ਦੁਨੀਆ ਜਿਹੜੀ ਹੈ ਉਹਦੀ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਭਰਮ ਵਿੱਚ ਪੈ ਗਈ। ਕੋਈ ਘਰ-ਬਾਰ ਤਿਆਗ ਕੇ ਬੰਦਗੀ ਕਰਨ ਵਾਸਤੇ ਜੰਗਲ ਵਿੱਚ ਚਲਾ ਜਾਂਦਾ। ਭਾਈ ਸੰਸਾਰ ਦੇ ਉੱਤੇ ਜਿਹੜੇ ਨੇ ਜਿੰਨੇ ਵੀ ਮਨੁੱਖ ਨੇ ਸਭ ਉਹਦੇ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਭਰਮ ਕੇ ਭੁੱਲ ਗਏ, ਭਰਮ ਵਿੱਚ ਪੈ ਕੇ ਭੁੱਲ ਗਏ। ਸਮਝਣ ਲੱਗ ਗਏ ਕਿ ਸ਼ਾਇਦ ਰੱਬ ਇਹੀ ਹੈ। ਜੇ ਕਿਸੇ ਨੇ ਅੱਗ ਵੇਖੀ, ਅੱਗ ਦੀ ਪੂਜਾ ਕਰਨ ਲੱਗ ਪਏ। ਸੂਰਜ ਚੜ੍ਹਿਆ ਅਸਮਾਨ ਦੇ ਵਿੱਚ ਤੇ ਸੂਰਜ ਦੀ ਰੋਸ਼ਨੀ ਵੇਖ ਕੇ ਸੂਰਜ ਨੂੰ ਨਮਸਕਾਰਾਂ ਕਰਨ ਲੱਗ ਪਏ। ਅਚਰਜ ਗੱਲ ਹੈ ਨਾ। ਅਸੀਂ ਤੇ ਹੁਣ ਰੋਜ਼ ਦੇਖਦੇ ਹਾਂ ਜਦੋਂ ਮਨੁੱਖ ਧਰਤੀ ਤੇ ਜਨਮ ਲੈਂਦਾ, ਬਾਲਕ ਕੋਈ ਵੀ ਜਨਮ ਲੈਂਦਾ ਤਾਂ ਉਹਦੇ ਵਾਸਤੇ ਇੱਕ ਅਚਰਜ ਗੱਲ ਹੈ। ਕਦੀ ਰਾਤ ਪੈ ਜਾਂਦੀ ਹੈ, ਕਦੀ ਦਿਨ ਚੜ੍ਹ ਜਾਂਦਾ। ਰਾਤ ਨੂੰ ਕਦੀ ਕੁਝ 15 ਦਿਨ ਜਿਹੜੇ ਆ ਉਹਦੇ ਵਿੱਚ ਰੋਸ਼ਨੀ ਆਉਣ ਲੱਗ ਪੈਂਦੀ ਹੈ ਚੰਦਰਮਾ ਦੀ, ਚੰਦਰਮਾ ਉਦੇ ਹੋ ਜਾਂਦਾ। ਕਦੀ ਜਿਹੜੀ ਆ ਉਹ 15 ਦਿਨ ਵਾਸਤੇ ਚੰਦਰਮਾ ਗਾਇਬ ਹੋ ਜਾਂਦਾ, ਤਾਰੇ ਟਿਮਟਿਕਾਉਂਦੇ ਨੇ, ਕਦੀ ਅਸਮਾਨ ਦੇ ਵਿੱਚ ਬੱਦਲ ਆ ਜਾਂਦਾ। ਹੁਣ ਅਸਚਰਜ ਗੱਲ ਹੈ ਤੇ ਉਸ ਅਸਚਰਜ ਦਾ ਨੂੰ ਵੇਖ ਕੇ ਮਨੁੱਖ ਜਿਹੜਾ ਵਾ ਭੈਭੀਤ ਹੋ ਜਾਂਦਾ। ਫਿਰ ਉਹਦੀ ਜਿਹੜੀ ਆ ਉਹ ਪੂਜਾ ਕਰਨ ਲੱਗ ਜਾਂਦਾ। ਜਿਸ ਤਰ੍ਹਾਂ ਸੂਰਜ ਦੀ, ਚੰਦਰਮਾ ਦੀ, ਅੱਗ ਦੀ, ਪਾਣੀ ਦੀ। ਪਾਣੀ ਜ਼ਿਆਦਾ ਆ ਗਿਆ, ਪਾਣੀ ਨੂੰ ਮੰਨਣ ਲੱਗ ਪਿਆ ਵੀ ਸ਼ਾਇਦ ਇਹਦੇ ਤੋਂ ਮੇਰਾ ਬਚਾਅ ਹੋ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਕਰਤਾ ਤੇ ਕਿਸੇ ਨੇ ਵੇਖਿਆ ਨਹੀਂ, ਪਰ ਉਹਦੀ ਕੁਦਰਤ ਦੇ ਅੰਦਰ ਭਰਮ ਭੁਲੇਖੇ ਵਿੱਚ ਪੈ ਕੇ ਤੇ ਸਾਰੀ ਜ਼ਿੰਦਗੀ ਉਸ ਭਰਮ ਭੁਲੇਖੇ ਵਿੱਚ ਹੀ ਲੰਘਾ ਦਿੱਤੀ। ਹੋਇਆ ਕਿ ਮਨੁੱਖ ਉਸ ਕਾਦਰ ਦੇ ਨਾਲੋਂ ਟੁੱਟ ਕੇ ਤੇ ਕੁਦਰਤ ਦੇ ਨਾਲ ਜੁੜ ਗਿਆ। ਅਸੀਂ ਸਾਰੇ ਹੁਣ ਕੁਦਰਤ ਨਾਲ ਜੁੜੇ ਹਾਂ, ਦੌੜੇ ਫਿਰਦੇ ਹਾਂ। ਜੇ ਕੋਈ ਰਾਹਗੀਰ ਰਾਹੀ ਜਾਂਦਾ ਹੋਇਆ ਰਸਤੇ ਵਿੱਚ ਛਾਵੇਂ ਬੈਠਾ ਤੇ ਉਸ ਦਰਖਤ ਨੂੰ ਨਮਸਕਾਰ ਕਰ ਗਿਆ। ਇਹ ਭਾਈ
इस संसार दे विच तू भरम भुलेखे विच पिया, ये सब कुछ उन्हें पैदा किया, तेरे वास्ते पैदा किया, उन्हें तेरे लिए बनाया है। तेरे खाण नूं, तेरे रहण नूं, तेरे सौण नूं, तेरे पीण नूं, हर एक वस्तु ने तैयार की है। ते जदों तू इस धरती दे उत्ते ਉਹਦੇ पैदा की हुई कुदरत के विच रहिंदियां होइयां ਉਹਦੇ ਵਿੱਚ ਹੀ ਖਚਿਤ ਹੋ ਜਾਣਾ। ਤੇ ਭਾਈ ਗੁਰਦਾਸ जी ਕਹਿੰਦੇ फिर करता किने ना देखिया, किसी ने उस करतार वाल जिहड़ा वा ਉਹ तक्या नहीं। केवल उस करतार दे बनाए हुए जो भी सृष्टि दे विच रचिया उन्हें ਉਹਦੇ ਵੱਲ ਵੇਖ ਵੇਖ के बस ਉਹਦੇ नाम ही रख दिते। सूरज देवता, चंद्रमा देवता, हर प्रकार के, अग नूं बेसंतर, भाई हर एक नाम जिहड़ा वा उसका रख के तो उसकी पूजा कर देते। कई प्रकार के जिहड़े ने देवते बन गए जिन्होंने 33 करोड़ देवतियां दे नाल फिर जाणिया जाण लगा। ते भाई गुरदास जी कहते ने, हे भाई इस संसार दे उत्ते असल विच दुही श्री करतार है। हर थां करतार है, हर एक दे अंदर जिहड़ा वा करतार वसिया होया, परमात्मा वसिया होया, पर है वो आप न्यारा, निर्गुण ते सरगुण। वो निर्गुण में ते सरगुण दोनों स्वरूपों के विच विचर रहा है। जिन्हें जान लिया उन्हें समझ लिया कि ये पैदा की हुई कुदरत है तो ये साडे वास्ते है। जिन्हें नहीं समझा उस कुदरत के विच ही खचित हो गए डिग गया। फिर वो ये कहन लग पिया भी भाई कुदरती रब है। पर भाई गुरदास जी कहते नहीं, कुदरत ते रब अलग है। कादर ते ओदी पैदा की हुई कुदरत, ये दोनों अलग अलग ने। भाई गुरदास जी की जिक्र करते हैं, सोहम ब्रह्म छुपाए कै पढ़दा भरम करतार सुनाई। भाई गुरदास जी कहते ने, ये भाई सोहम ब्रह्म असल विच जिहड़ा महावाक है ना, उन्होंने लुका के ते लोग भरम के पड़दे की गल ही करते रहे। जिहड़ा गौतम है जिन्हें न्याय शास्त्र लिखिया ना, उन्हें असल विच उच्च मरतबे वाला, उच्च न्याय वाला जिहड़ा परमात्मा है ना, कथा उहदी लिखी है, पर उन्होंने छुपा दिता। सोहम ब्रह्म छुपाएक है, वो उच्चा महावाक, वो उच्चा परमात्मा जिहड़ा एक है, उन्होंने छुपा दिता, उन्होंने लुका दिता। ते ओदियां गल्लां केवल कथा जिहड़ियां ने जिहदा कोई अर्थ नहीं सी, वो सामने पेश करके तो लोगों को भरम विच पा दिता। ये गौतम ने न्याय शास्त्र दे विच लिखिया है। ये भाई गुरदास जी जिक्र करते हैं, कहते रिग कह सुन गुरमुखो आपे आप ना दूजी राई। भाई गुरदास जी कहते हैं कि ऋगवेद दे विच, ऋगवेद कहता है कि गुरमुखो सुनो, वो तो आप ही आप है, वो उस विच कोई द्वैत राई जिन्नी भी जिहड़ी है वो द्वैत नहीं है, ईर्खा नहीं है। ते नाल ही अखीर उत्ते भाई साहब फिर जिहड़ा वा वो अपने द्वारा जिहड़ी है अखीरली पंक्ति च जिक्र करते हैं, ये भाई सतगुरु तो बिना जिहड़ा वा वो सोझी नहीं मिल सकती। सतगुरु तो बिना जिहड़ा वा वो बख्शिश नहीं हो सकती। हुण अखीरली जिहड़ी रिग शब्द आया ना, मेरे ख्याल नाल अर्थकर्ता ने अर्थ होर तरीके नाल कीते हुए ने, पर मेरे ख्याल नाल ये धार्मिक ग्रंथ की गल कीती है, वो चार वेदां की गल नहीं कीती। ऋगवेद, यजुर्वेद, इत्थे गल जिहड़ी कीती है वो परमात्मा के उच्चे नाम की गल कीती है कि जिहड़े गुरमुख ने वो जिहड़ा गुरु द्वारा दिता होया उपदेश है ना, वही सुनते हैं तो वही अपने मन विच
ਧਾਰਨ ਕਰਦੇ ਨੇ ਉਹਨਾਂ ਵਿੱਚ ਰਾਈ ਜਿੰਨੀ ਵੀ ਜਿਹੜੀ ਆ ਦਵੈਤ ਨਹੀਂ ਹੈ, ਦਵੈਸ਼ ਨਹੀਂ ਹੈ। ਉਹ ਇਸ ਸੰਸਾਰ ਦੇ ਉੱਤੇ ਜਿਹੜਾ ਵਾ ਉਸ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ ਨੇ ਤੇ ਨਾਲ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਐਸੇ ਗੁਰਮੁਖ ਧਰਤੀ ਦੇ ਉੱਤੇ ਫਿਰ ਪ੍ਰਮਾਤਮਾ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਕੁਦਰਤ ਹੀ ਰੱਬ ਹੈ, ਉਹ ਕਹਿੰਦੇ ਕਿ ਕਰਤਾ ਹੋਰ ਹੈ, ਕੁਦਰਤ ਉਹਦੀ ਸਾਚੀ ਹੋਈ ਹੈ। ਤੇ ਨਾਲ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਸੋਝੀ ਕੇਵਲ ਸਤਿਗੁਰੂ ਦੇ ਕੋਲੋਂ ਹੀ ਮਿਲਦੀ ਹੈ। ਸਤਿਗੁਰੂ ਬਿਨਾਂ ਨਾ ਸੋਝੀ ਪਾਈ, ਸਤਿਗੁਰੂ ਤੋਂ ਬਗੈਰ ਇਹ ਸੋਝੀ ਪ੍ਰਾਪਤ ਨਹੀਂ ਹੋ ਸਕਦੀ, ਸਤਿਗੁਰੂ ਤੋਂ ਬਗੈਰ ਇਹ ਸੋਝੀ ਨਹੀਂ ਮਿਲ ਸਕਦੀ। ਇਹ ਸੋਝੀ ਜਿਹੜੀ ਹੈ ਉਹ ਕੇਵਲ ਸਤਿਗੁਰੂ ਹੀ ਬਖਸ਼ਿਸ਼ ਕਰ ਸਕਦਾ ਹੈ। ਸੋ ਭਾਈ ਗੁਰਦਾਸ ਜੀ ਨੇ ਇਹਨਾਂ ਦੋ ਪੌੜੀਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਸੀਂ ਸਰਵਣ ਕੀਤੀ ਹੈ, ਜਿਹੜੇ ਖੱਟ ਸ਼ਾਸਤਰ ਨੇ, 6 ਸ਼ਾਸਤਰ ਨੇ, ਉਹਨਾਂ ਦੀ ਵਿਚਾਰ ਕੀਤੀ ਹੈ ਕਿ 6 ਸ਼ਾਸਤਰਾਂ ਦੇ ਵਿੱਚ ਉਸ ਕਰਤੇ ਬਾਰੇ ਕੀ ਜ਼ਿਕਰ ਹੈ। ਫਿਰ ਅੱਗੇ ਇੱਕ ਇੱਕ ਸ਼ਾਸਤਰ ਦੀ ਜਿਹੜੀ ਗੱਲ ਹੈ, ਪਹਿਲੇ ਸ਼ਾਸਤਰ ਦੇ ਵਿੱਚ ਨਿਆਇ ਸ਼ਾਸਤਰ ਜਿਹੜਾ ਭਾਈ ਗੁਰਦਾਸ ਜੀ ਨੇ ਇਸ ਪੌੜੀ ਵਿੱਚ ਵਿਚਾਰਿਆ, ਅਸੀਂ ਹੁਣੇ ਸਰਵਣ ਕੀਤਾ ਹੈ ਕਿ ਗੌਤਮ ਰਿਖੀ ਨੇ ਜਿਹੜਾ ਵਾ ਉਹ ਰਿਗਵੇਦ ਪੜ੍ਹ ਕੇ ਤੇ ਫਿਰ ਉਹਦੀ ਕਥਾ ਵਿਚਾਰੀ, ਫਿਰ ਉਹਨੇ ਇਹ ਨਿਆਇ ਸ਼ਾਸਤਰ ਜਿਹੜਾ ਵਾ ਇਹਨੂੰ ਰਚਿਆ। ਇਹਦੇ ਵਿੱਚ ਜਿਹੜਾ ਵਾ ਉਹਨੇ ਜੋ ਕੁਝ ਲਿਖਿਆ ਹੈ ਉਹਦੇ ਬਾਰੇ ਜਿਹੜੀ ਜ਼ਿਕਰ ਕੀਤਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹ ਭਾਈ ਹੈ ਸਭ ਕੁਝ ਕਰਦੇ ਵਾਸਤੇ, ਸੰਸਾਰ ਦੇ ਉੱਤੇ ਪ੍ਰਮਾਤਮਾ ਇੱਕ ਹੈ ਤੇ ਉਹ ਦੋਵਾਂ ਥਾਵਾਂ ਤੇ ਨਿਰਗੁਣ ਤੇ ਸਰਗੁਣ ਸਰੂਪ ਵਿੱਚ ਮੌਜੂਦ ਹੈ। ਪਰ ਇਹਨਾਂ ਜਿਹੜੇ ਸ਼ਾਸਤਰਾਂ ਦੇ ਰਾਹੀਂ ਕਰਤਾ ਕਿਸੇ ਨੇ ਦੇਖਿਆ, ਕਰਤੇ ਨੂੰ ਕਿਸੇ ਨੇ ਵੇਖਿਆ ਨਹੀਂ, ਤੇ ਕੁਦਰਤ ਅੰਦਰ ਭਰਮ ਭੁਲਾਈ, ਦੀ ਕੁਦਰਤ ਦੇ ਵਿੱਚ ਹੀ ਭਰਮ ਭੁਲੇਖੇ ਵਿੱਚ ਪੈ ਗਿਆ। ਫਿਰ ਜਿਹੜਾ ਵਾ ਉਹ ਵੱਖ-ਵੱਖ ਤਰ੍ਹਾਂ ਦੇ ਸੰਸਾਰ ਦੇ ਉੱਤੇ ਕਰਮ ਕਰਨ ਲੱਗ ਗਿਆ। ਕਰਮ ਕਾਂਡ ਜਿਹੜੇ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਸੀ ਉਹ ਕਰਨ ਲੱਗ ਪਿਆ। ਭਾਈ ਗੁਰਦਾਸ ਜੀ ਕਹਿੰਦੇ ਜੇ ਭਾਈ ਗੁਰਮੁਖੋ, ਅਸਲ ਵਿੱਚ ਉਹ ਪ੍ਰਮਾਤਮਾ ਜਿਹੜਾ ਹੈ ਉਹ ਇੱਕ ਹੈ ਤੇ ਇਹ ਸੋਝੀ ਕੇਵਲ ਸਤਿਗੁਰੂ ਤੋਂ ਮਿਲ ਸਕਦੀ ਹੈ। ਜਿਸ ਸਤਿਗੁਰੂ ਨੇ ਹੁਣ ਅੱਗੇ ਪ੍ਰਕਾਸ਼ ਲੈਣਾ ਹੈ, ਇਹ ਉਧਰ ਨੂੰ ਸੋਝੀ ਆ ਰਹੀ ਹੈ। ਕਿਉਂਕਿ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਬਤ ਲਿਖਿਆ ਹੈ ਕਿ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਨੂੰ ਅਗਲੀ ਜਿਹੜੀ 10ਵੀਂ 11ਵੀਂ ਤੇ 12ਵੀਂ ਪੌੜੀ ਹੈ ਉਹ ਅੱਗੇ ਵਿਚਾਰੀਆਂ ਜਾਣਗੀਆਂ। ਸਮਾਂ ਸਮਾਪਤ ਹੋ ਗਿਆ ਹੈ। ਸੋ ਜੇ ਕਿਸੇ ਦਾ ਅੱਜ ਦੀ ਕਲਾਸ ਦੇ ਬਾਬਤ ਕੋਈ ਸਵਾਲ ਹੋਵੇ ਉਹ ਦਾਸ ਦੇ ਨਾਲ ਸਾਂਝਾ ਕਰ ਸਕਦਾ ਹੈ। ਆਪ ਜੀ ਦੇ ਜਿਹੜੇ ਮਾਈਕ ਨੇ ਉਹ ਦਾਸ ਨੇ ਅਨਮਿਊਟ ਕਰ ਦਿੱਤੇ ਹਨ, ਉਹ ਤੁਸੀਂ ਆਪਣੇ ਮਾਈਕ ਜਿਹੜੇ ਨੇ ਔਨ ਕਰਕੇ ਸਵਾਲ ਕਰ ਸਕਦੇ ਜੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ। ਹਾਂਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਠੀਕ ਹੈ ਜੀ। ਸੋ ਇਸੇ ਤਰ੍ਹਾਂ ਹੀ ਅਗਲੀਆਂ ਜਿਹੜੀਆਂ ਨੇ ਇਸ ਵਾਰ ਦੀਆਂ ਅਗਲੀਆਂ ਪੌੜੀਆਂ ਅਸੀਂ ਇਸੇ ਤਰ੍ਹਾਂ ਹੀ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਅੰਤ ਗੁਰ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।